प्यारे विद्यार्थियों, ਅੱਜ ਅਸੀਂ 10th ਕਲਾਸ ਦਾ ਚੈਪਟਰ 10th ਪ੍ਰਕਾਸ਼ ਪਰਾਵਰਤਨ ਅਤੇ ਅਪਵਰਤਨ ਦੀ ਆਪਣੀ ਲੜੀ ਨੂੰ ਅੱਗੇ ਤੋਰਦੇ ਹੋਏ ਲੈਂਸ ਬਾਰੇ ਪੜਾਂਗੇ। ਇਹ ਇਸ ਦਾ 3rd ਲੈਕਚਰ ਹੈ। ਪਹਿਲੇ ਦੋ ਲੈਕਚਰ ਵਿੱਚ ਤੁਸੀਂ ਦਰਪਣ ਦੇ ਬਾਰੇ ਪੜਿਆ ਸੀ, ਸਮਤਲ ਦਰਪਣ ਬਾਰੇ, ਫਿਰ ਗੋਲਾਕਾਰ ਦਰਪਣ ਬਾਰੇ ਪੜਿਆ, ਉਹਨਾਂ ਦੇ ਰੇਖਾ ਚਿੱਤਰ ਪੜ੍ਹੇ। ਅੱਜ ਅਸੀਂ ਗੋਲਾਕਾਰ ਲੈਂਸ ਬਾਰੇ ਪੜਾਂਗੇ। ਇਹਦੇ ਬਾਰੇ ਤੁਹਾਨੂੰ ਵੈਸੇ ਪਿਛਲੇ ਲੈਕਚਰ ਮੈਂ ਥੋੜਾ ਦੱਸ ਚੁੱਕਾ। ਮੁੱਖ ਫੋਕਸ ਕੀ ਹੁੰਦਾ ਹੈ, ਜਿਵੇਂ ਦੋ ਤਰ੍ਹਾਂ ਦੇ ਲੈਂਸ ਹੁੰਦੇ ਹਨ, ਉੱਤਰ ਲੈਂਸ ਹੈ, ਅਵਤਲ ਲੈਂਸ ਹੈ। ਉੱਤਰ ਲੈਂਸ ਜਿਹੜਾ ਹੈ ਵਿੱਚੋਂ ਮੋਟਾ ਹੈ, ਸਿਰਿਆਂ ਤੋਂ ਪਤਲਾ ਹੈ। ਅਵਤਲ ਲੈਂਸ ਜਿਹੜਾ ਵਿੱਚੋਂ ਬਰੀਕ ਹੈ, ਸਿਰਿਆਂ ਤੋਂ ਮੋਟਾ ਹੈ। ਇਸ ਦੇ ਵਿੱਚ ਪ੍ਰਕਾਸ਼ ਦੀਆਂ ਕਿਰਨਾਂ ਜਦੋਂ ਆਉਂਦੀਆਂ ਹਨ, ਜਿਸ ਬਿੰਦੂ ਟਕਰਾਉਂਦੀਆਂ ਹਨ ਉਸਨੂੰ ਆਪਾਂ ਫੋਕਸ ਕਹਿੰਦੇ ਹਾਂ। ਠੀਕ ਹੈ, ਇਹ ਜੋ ਲੈਂਸ ਹੈ, ਇਸ ਲੈਂਸ ਨੂੰ ਆਪਾਂ ਅਭਿਸਾਰੀ ਲੈਂਸ ਕਹਿੰਦੇ ਹਾਂ, ਕਿਉਂਕਿ ਇਹ ਕਿਰਨਾਂ ਨੂੰ ਇੱਕ ਥਾਂ ਦੇ ਉੱਪਰ ਕੇਂਦਰਿਤ ਕਰਦਾ ਹੈ। ਜੋ ਅਵਤਲ ਲੈਂਸ ਹੈ, ਇਸ ਨੂੰ ਅਪਸਾਰੀ ਲੈਂਸ ਕਿਹਾ ਜਾਂਦਾ ਹੈ। ਅਪਸਾਰੀ ਲੈਂਸ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ 'ਚ ਕਿਰਨਾਂ ਕੀ ਹੁੰਦੀਆਂ, ਇਹ ਖਿਲਰਦੀਆਂ ਹਨ। ਜਦੋਂ ਆਪਾਂ ਨੂੰ ਵਾਪਸ ਮਿਲਾਉਂਦੇ ਹਾਂ ਤੇ ਇੱਕ ਬਿੰਦੂ ਦੇ ਉੱਪਰ ਆਣ ਕੇ ਮਿਲਦੀਆਂ ਹਨ, ਮੁੱਖ ਧੁਰਾ ਦੇ ਉੱਪਰ ਆਣ ਕੇ ਇੱਕ ਬਿੰਦੂ ਤੇ ਮਿਲਦੀਆਂ ਹਨ, ਜਿਸ ਨੂੰ ਮੁੱਖ ਫੋਕਸ ਕਿਹਾ ਜਾਂਦਾ ਹੈ। ਹੁਣ ਇਸ ਪਾਠ ਦੇ ਵਿੱਚ ਆਪਾਂ ਲੈਂਸਾਂ ਦੁਆਰਾ ਪ੍ਰਤੀਬਿੰਬ ਕਿਵੇਂ ਬਣਦੇ ਹਨ ਉਹਨਾਂ ਨੂੰ ਪੜਾਂਗੇ। ਜਿਵੇਂ ਦਰਪਣ ਦੇ ਵਿੱਚ ਪ੍ਰਤੀਬਿੰਬ ਬਣਦੀ ਸੀ, ਵਸਤੂ ਦਾ ਪੋਜੀਸ਼ਨ ਕਿੱਥੇ ਆ ਉਹਦੇ ਮੁਤਾਬਕ ਪ੍ਰਤੀਬਿੰਬ ਕਿੱਥੇ ਬਣਦਾ ਹੈ, ਉਸੇ ਤਰ੍ਹਾਂ ਹੀ ਲੈਂਸ ਵਿੱਚ ਪ੍ਰਤੀਬਿੰਬ ਕਿਵੇਂ ਬਣਦੇ ਹਨ ਆਪਾਂ ਦੇਖਦੇ ਹਾਂ। ਇਹਨਾਂ ਲੈਂਸਾਂ ਦੇ ਕੀ ਉਪਯੋਗ ਹਨ ਉਹ ਵੀ ਆਪਾਂ ਨਾਲ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਕਿਰਨ ਰੇਖਾ ਚਿੱਤਰਾਂ ਦੇ ਉਪਯੋਗ ਦੁਆਰਾ ਲੈਂਸਾਂ ਤੋਂ ਪ੍ਰਤੀਬਿੰਬ ਬਣਦੇ। ਤਿੰਨ ਤਰ੍ਹਾਂ ਦੇ ਰੇਖਾ ਚਿੱਤਰ ਬਣਦੇ ਹਨ ਜਿਨ੍ਹਾਂ ਨੂੰ ਆਪਾਂ ਧਿਆਨ ਵਿੱਚ ਰੱਖਣਾ ਹੈ ਤੇ ਉਹਨਾਂ ਨੂੰ ਵਰਤ ਕੇ ਹੀ ਵੱਖ-ਵੱਖ ਜਗ੍ਹਾ ਦੇ ਉੱਪਰ ਪ੍ਰਤੀਬਿੰਬ ਜਿਹੜੇ ਬਣਦੇ ਹਨ। ਪਹਿਲੀ ਚੀਜ਼ ਹਮੇਸ਼ਾ ਯਾਦ ਰੱਖਿਓ, ਕੋਈ ਵੀ ਲੈਂਸ ਹੋਵੇ, ਚਾਹੇ ਉੱਤਲ ਲੈਂਸ ਚਾਹੇ ਅਵਤਲ ਲੈਂਸ, ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਮੁੱਖ ਧੁਰਾ ਦੇ ਸਮਾਂਤਰ ਆਵੇ, ਇਹ ਹੁੰਦੀ ਮੁੱਖ ਧੁਰਾ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕੀ ਕਹਿੰਦੇ ਸੀ, ਪ੍ਰਿੰਸੀਪਲ ਐਕਸਿਸ। ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਮੁੱਖ ਧੁਰਾ ਦੇ ਸਮਾਂਤਰ ਯਾਨੀ ਕਿ ਪੈਰਲਲ ਆਉਂਦੀ ਹੈ ਤਾਂ ਉਹ ਜਿਸ ਬਿੰਦੂ ਤੋਂ ਨਿਕਲਦੀ ਹੈ, ਹਮੇਸ਼ਾ ਕਿਸ ਬਿੰਦੂ ਨਿਕਲਦੀ ਹੈ, ਫੋਕਸ ਤੋਂ। ਅਵਤਲ ਲੈਂਸ ਵਿੱਚ ਜਦੋਂ ਉਹ ਇੱਕ ਆਪਣੀ ਸਮਾਂਤਰ ਆ ਰਹੀ ਹੈ ਪ੍ਰਕਾਸ਼ ਦੀ ਰੇਖਾ, ਇਹ ਵੱਡ ਖਿਲਰ ਗਈ, ਠੀਕ ਹੈ, ਤੇ ਉਹਨੂੰ ਜਦੋਂ ਆਪਾਂ ਵਾਪਸ ਪਿੱਛੇ ਨੂੰ ਮਿਲਾਇਆ ਤੇ ਇਹ ਵੀ ਕਿੱਥੇ ਆਣ ਕੇ ਮਿਲੀ, ਮੁੱਖ ਫੋਕਸ ਤੇ, ਯਾਨੀ ਕਿ ਸਮਾਂਤਰ ਰੇਖਾ ਕਿੱਥੋਂ ਮਿਲਣੀ ਹੈ, ਫੋਕਸ ਤੇ। ਦੂਜਾ ਪੁਆਇੰਟ ਹੁੰਦਾ ਹੈ ਮੁੱਖ ਫੋਕਸ ਵਿੱਚੋਂ ਪ੍ਰਕਾਸ਼ ਕਿਰਨ ਉੱਤਰ ਲੈਂਸ ਤੋਂ ਅਪਵਰਤਨ ਤੋਂ ਬਾਅਦ ਮੁੱਖ ਧੁਰਾ ਦੇ ਸਮਾਂਤਰ ਹੋ ਜਾਂਦੀ ਹੈ। ਉੱਤਰ ਲੈਂਸ ਦੀ ਗੱਲ ਕਰਦੇ ਹਾਂ, ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਫੋਕਸ ਵਿੱਚੋਂ ਲੰਘੇ ਤਾਂ ਫੋਕਸ ਵਿੱਚ ਲੰਘਣ ਤੋਂ ਬਾਅਦ ਜਦੋਂ ਉੱਤਰ ਲੈਂਸ ਨਾਲ ਟਕਰਾਉਂਦੀ ਹੈ ਤਾਂ ਉਸ ਤੋਂ ਬਾਅਦ ਇਹ ਮੁੱਖ ਧੁਰਾ ਯਾਨੀ ਕਿ ਪ੍ਰਿੰਸੀਪਲ ਐਕਸਿਸ ਦੇ ਕੀ ਹੋ ਜਾਂਦੀ ਹੈ, ਸਮਾਂਤਰ ਜਾਂ ਪੈਰਲਲ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਆਪਾਂ ਅਵਤਲ ਲੈਂਸ ਦੀ ਗੱਲ ਕਰੀਏ, ਅਵਤਲ ਲੈਂਸ ਦੇ ਮੁੱਖ ਫੋਕਸ ਤੇ ਮਿਲਦੀ ਪ੍ਰਤੀਤ ਹੋਣ ਵਾਲੀ ਮਤਲਬ ਕੋਈ ਪ੍ਰਕਾਸ਼ ਦੀ ਰੇਖਾ ਜਾਰੀ ਹੈ, ਮਤਲਬ ਐਂ ਲੱਗਦਾ ਵੀ ਜੇ ਸਿੱਧੀ ਜਾਂਦੀ ਤਾਂ ਕਿੱਥੋਂ ਨਿਕਲਣੀ ਸੀ, ਮੁੱਖ ਫੋਕਸ ਤੋਂ, ਪਰ ਲੈਂਸ ਵਿੱਚੋਂ ਲੰਘਣ ਤੋਂ ਬਾਅਦ ਇਹ ਮੁੱਖ ਧੁਰਾ ਦੇ ਪ੍ਰਿੰਸੀਪਲ ਐਕਸਿਸ ਤੇ ਕੀ ਹੋ ਜਾਂਦੀ ਹੈ, ਸਮਾਂਤਰ ਜਾਂ ਪੈਰਲਲ ਹੋ ਜਾਂਦੀ ਹੈ। ਜਿਹੜੀ ਸਮਾਂਤਰ ਰੇਖਾ ਵਾ ਇਹ ਫੋਕਸ ਵਿੱਚ ਲੰਘਦੀ ਹੈ, ਜਿਹੜੀ ਫੋਕਸ ਵਿੱਚ ਲੰਘਦੀ ਹੈ ਇਹ ਸਮਾਂਤਰ ਹੋ ਜਾਂਦੀ ਹੈ। ਤੇ ਤੀਸਰਾ ਹੈ ਜਿਹੜੀ ਰੇਖਾ ਲੈਂਸ ਦੇ ਪ੍ਰਕਾਸ਼ ਕੇਂਦਰ ਨੂੰ ਉਹ ਜਿਹਨੂੰ ਆਪਾਂ ਕੀ ਕਹਿੰਦੇ ਆ, ਆਪਟੀਕਲ ਸੈਂਟਰ, ਜਿਹੜੀ ਲਾਈਟ ਰੇ ਜਿਹੜੀ ਆਪਟੀਕਲ ਸੈਂਟਰ ਵਿੱਚੋਂ ਪਾਸ ਕਰਦੀ ਹੈ, ਠੀਕ ਹੈ, the ray of light passing through the focus of the convex lens becomes parallel, ਆਪਾਂ ਪੜ੍ਹ ਚੁੱਕੇ ਹਾਂ, and which passes through the optical center of the convex lens that goes straight after refraction through the lens। ਤੇ ਜਿਹੜੀ ਆਪਟੀਕਲ ਸੈਂਟਰ ਚੋਂ ਪਾਸ ਕਰਦੀ ਹੈ, ਪ੍ਰਕਾਸ਼ੀ ਕੇਂਦਰ ਚੋਂ ਪਾਸ ਕਰਦੀ ਹੈ, ਇਹ ਬਿਨਾਂ ਮੁੜਿਆ ਇਹ ਸਿੱਧੀ ਜਿਹੜੀ ਹੈ ਉਹ ਚਲੀ ਜਾਂਦੀ ਹੈ। ਤੁਸੀਂ ਦੇਖ ਰਹੇ ਹੋ ਇੱਥੋਂ, ਚਾਹੇ ਉੱਤਰ ਲੈਂਸ ਆ ਤੇ ਚਾਹੇ ਉਹ ਅਵਤਲ ਲੈਂਸ ਹੈ। ਇਹ ਤਿੰਨ ਚੀਜ਼ਾਂ ਨੂੰ ਬੜੇ ਧਿਆਨ ਨਾਲ ਰੱਖਣਾ, ਇਹਨਾਂ ਤਿੰਨਾਂ ਨੂੰ ਵਰਤ ਕੇ ਹੀ ਹੁਣ ਆਪਾਂ ਕੀ ਦੇਖਾਂਗੇ, ਵਸਤੂ ਦੀ ਸਥਿਤੀ ਦੇ ਮੁਤਾਬਕ ਪ੍ਰਤੀਬਿੰਬ ਜਿਹੜਾ ਵਾ ਉਹ ਕਿੱਥੇ ਬਣਦਾ ਹੈ, ਠੀਕ ਹੈ, ਉਹ ਆਪਾਂ ਇਹਦੇ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਹੁਣ ਇਸ ਦੇ ਵਿੱਚ ਅਸੀਂ ਦੇਖਾਂਗੇ ਉੱਤਰ ਲੈਂਸ ਵਿੱਚ ਵਸਤੂ ਦੀ ਸਥਿਤੀ ਦੇ ਮੁਤਾਬਕ ਪ੍ਰਤੀਬਿੰਬ ਕਿੱਥੇ ਬਣਦਾ ਹੈ, ਕਿਸ ਤਰ੍ਹਾਂ ਦਾ ਬਣਦਾ ਹੈ। ਜਿਵੇਂ ਆਪਾਂ ਤੁਹਾਨੂੰ ਦੱਸਿਆ ਅੱਗੇ ਬੜੀ ਵਾਰੀ ਦੱਸ ਚੁੱਕਾ ਵਾਂ ਵੀ ਆਪਾਂ ਦੇਖਾਂਗੇ ਪ੍ਰਤੀਬਿੰਬ ਜਿਹੜਾ ਹੈ ਉਹ ਜਿਹੜਾ ਰੀਅਲ ਹੈ, ਜਿਹੜਾ ਇਮੇਜ ਬਣਦਾ ਹੈ ਰੀਅਲ ਹੈ ਕਿ ਵਰਚੁਅਲ ਹੈ। ਉਸੇ ਤਰ੍ਹਾਂ ਹੀ ਉਹ ਸਮਾਲ ਸਾਈਜ਼ ਯਾਨੀ ਕਿ ਡਿਮਿਨਿਸ਼ਡ ਹੈ ਕਿ ਅਨਲਾਰਜ ਯਾਨੀ ਕਿ ਵੱਡਾ ਹੈ। ਇਸ ਤੋਂ ਇਲਾਵਾ ਆਪਾਂ ਪੜ੍ਹਨਾ ਵਾ ਕਿ ਉਹ ਇਰੈਕਟ ਯਾਨੀ ਕਿ ਸਿੱਧਾ ਹੈ, ਕਿ ਇਰੈਕਟ ਜੇ ਨਹੀਂ ਬਣਦਾ ਤੇ ਫਿਰ ਉਹ ਕੀ ਬਣੇਗਾ, ਇਨਵਰਟਡ ਯਾਨੀ ਕਿ ਪੁੱਠਾ ਹੈ, ਠੀਕ ਹੈ। ਇਹ ਚੀਜ਼ਾਂ ਆਪਾਂ ਸਾਰੀਆਂ ਜਿਹੜੀਆਂ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ। ਹੁਣ ਆਪਾਂ ਇਸ ਨੂੰ ਪੜ੍ਹਨ ਦੇ ਵਾਸਤੇ ਸਭ ਤੋਂ ਪਹਿਲਾ ਪੁਆਇੰਟ ਹੈ ਜਦੋਂ ਵਸਤੂ ਅਨੰਤ ਤੇ ਹੁੰਦੀ ਹੈ, that means when the object is at infinity। ਪਹਿਲਾਂ ਬੇਟਾ ਆਪਾਂ ਪੜ੍ਹਨ ਲੱਗੇ ਹਾਂ ਉੱਤਰ ਲੈਂਸ ਬਾਰੇ ਯਾਨੀ ਕਿ ਕਨਵੈਕਸ ਲੈਂਸ ਬਾਰੇ ਆਪਾਂ ਪਹਿਲਾਂ ਪੜ੍ਹਨ ਲੱਗੇ।
ठीक है। कन्वैक्स ਲੈਂਸ ਵਿੱਚ ਇਮੇਜ ਕਿਸ ਤਰ੍ਹਾਂ ਬਣਦਾ ਹੈ। ਹੁਣ ਸਭ ਤੋਂ ਪਹਿਲਾਂ ਹੈ ਕਿ ਜਦੋਂ ਵਸਤੂ ਕਿੱਥੇ ਪਈ ਹੈ, ਅਨੰਤ ਤੇ। ਅਨੰਤ ਮੀਨ ਇਨਫਿਨਿਟੀ ਤੇ ਪਈ ਹੈ। ਹੁਣ ਦੇਖੋ, ਜਦੋਂ ਵਸਤੂ ਇਨਫਿਨਿਟੀ ਤੇ ਹੁੰਦੀ ਹੈ, ਅਨੰਤ ਤੇ ਹੁੰਦੀ ਹੈ, ਜਿਹੜੀਆਂ ਉੱਚ ਪ੍ਰਕਾਸ਼ ਦੀਆਂ ਕਿਰਨਾਂ ਆ ਰਹੀਆਂ ਨੇ, ਇਹ ਮੁੱਖ ਧੁਰਾ ਯਾਨੀ ਕਿ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੁੰਦੀਆਂ ਨੇ, ਸਮਾਂਤਰ ਹੁੰਦੀਆਂ ਨੇ। ਇਹ ਸਾਰੀਆਂ ਪ੍ਰਕਾਸ਼ ਦੀਆਂ ਕਿਰਨਾਂ ਮੁੱਖ ਧੁਰਾ ਤੇ ਪ੍ਰਿੰਸੀਪਲ ਐਕਸਿਸ ਦੇ ਇੱਕ ਬਿੰਦੂ ਦੇ ਉੱਪਰ ਆਣ ਕੇ ਮਿਲਦੀਆਂ ਨੇ, ਜਿਹਨੂੰ ਆਪਾਂ ਕੀ ਕਹਿੰਦੇ ਆ, ਪ੍ਰਿੰਸੀਪਲ ਫੋਕਸ। ਇੱਥੇ ਉਸ ਵਸਤੂ ਦਾ ਪ੍ਰਤੀਬਿੰਬ ਬਣੇਗਾ, ਇਮੇਜ ਜਿਹੜਾ ਇੱਥੇ ਬਣੇਗਾ। ਇਹ ਜਿਹੜਾ ਇਮੇਜ ਬਣਿਆ ਵਾ, ਇਸ ਦੀ ਸਥਿਤੀ ਕੀ ਹੋਵੇਗਾ, ਦੇਖੋ ਜਦੋਂ ਵਸਤੂ ਕਿੱਥੇ ਪਈ ਆ, ਅਨੰਤ ਤੇ। ਦੈਟ ਮੀਨਸ ਵੈਨ ਦਾ ਆਬਜੈਕਟ ਇਜ਼ ਐਟ ਇਨਫਿਨਿਟੀ। ਫੋਕਸ ਪ੍ਰਤੀਬਿੰਬ ਕਿੱਥੇ ਬਣਿਆ, F2 ਤੇ, ਯਾਨੀ ਕਿ ਫੋਕਸ ਤੇ। ਬਹੁਤ ਹੀ ਛੋਟਾ ਬਿੰਦੂ ਆਕਾਰ ਦਾ, ਠੀਕ ਹੈ। ਬਿੰਦੂ ਆਕਾਰ ਮੀਨਸ ਪੁਆਇੰਟ ਸਾਈਜ਼। ਤੇ ਵਾਸਤਵਿਕ ਅਤੇ ਉਲਟਾ। ਵਾਸਤਵਿਕ ਦਾ ਮਤਲਬ ਕੀ ਹੁੰਦਾ ਵਾ, ਰੀਅਲ। ਤੇ ਅੱਗੇ ਮੈਂ ਪੜ੍ਹਿਆ ਸੀ, ਰੀਅਲ ਇਮੇਜ ਜਿਹੜਾ ਹੁੰਦਾ ਹਮੇਸ਼ਾ ਕੀ ਹੁੰਦਾ, ਇਨਵਰਟਡ। ਇਹ ਯਾਦ ਰੱਖਿਓ, ਰੀਅਲ ਇਮੇਜ, ਪਿਛਲਾ ਲੈਕਚਰ ਦੇ ਧਿਆਨ ਰੱਖ ਲਓ, ਰੀਅਲ ਇਮੇਜ ਇਜ਼ ਆਲਵੇਸ ਇਨਵਰਟਡ। ਇਹ ਤੁਹਾਡਾ ਪਹਿਲਾ ਪੁਆਇੰਟ ਵਸਤੂ ਦੀ ਸਥਿਤੀ ਦੇ ਮੁਤਾਬਕ। ਹੁਣ ਦੂਸਰਾ ਆਪਾਂ ਲਿਆ, ਵਸਤੂ ਦੀ ਸਥਿਤੀ ਕਿੱਥੇ ਹੈ। ਹੁਣ ਵਸਤੂ ਦੀ ਸਥਿਤੀ ਹੈ 2F ਤੋਂ ਪਰੇ। 2F ਤੋਂ ਯਾਨੀ ਕਿ ਬਿਯੋਂਡ 2F। ਵੇਅਰ ਇਜ਼ ਆਬਜੈਕਟ ਪਲੇਸਡ ਬਿਯੋਂਡ 2F, ਠੀਕ ਹੈ। ਜਿਹਨੂੰ ਆਪਾਂ 2F2 ਕਹਿ ਦਿੰਦੇ ਆ, ਜਾਂ 2F1 ਕਹਿ ਦਿੰਦੇ ਆ। ਇਹਨੂੰ ਆਪਾਂ C, ਸੈਂਟਰ ਆਫ ਕਰਵੇਚਰ, ਕਿਉਂਕਿ ਇਹ ਜਿਹੜਾ ਵਾ ਇੱਕ ਗੋਲੇ ਦਾ ਹਿੱਸਾ ਵਾ। ਜਿਹੜਾ ਆਪਾਂ ਇਹਨੂੰ, ਇਸ ਸਤਹ ਨੂੰ ਜੇ ਆਪਾਂ ਪੂਰਾ ਮਲਾਈਏ, ਇੱਕ ਗੋਲਾ ਬਣੇਗਾ ਤੇ ਗੋਲੇ ਦਾ ਕੇਂਦਰ ਹੁੰਦਾ, ਆਪਾਂ C ਵੀ ਕਹਿ ਦਿੰਦੇ ਆ, ਠੀਕ ਹੈ। ਇਸ ਪਾਸੇ ਆਪਾਂ 1 ਯੂਜ਼ ਕਰਦੇ ਹਾਂ ਵਰਡ, ਯਾਨੀ ਕਿ C1 ਬਣ ਗਿਆ। ਇਸ ਪਾਸੇ ਆਪਾਂ 2 ਯੂਜ਼ ਕਰਦੇ ਹਾਂ, ਇੱਧਰ F2 ਆ, ਇਹ C2 ਆ ਜਾਂ 2F2 ਆ। 2F2 ਕਿਹਦੇ ਬਰਾਬਰ ਹੁੰਦਾ ਵਾ, C2 ਦੇ। ਹੁਣ ਇਹਦੇ 'ਚ ਕੀ ਹੋ ਰਿਹਾ ਵਾ, ਜਦੋਂ ਇੱਥੇ ਵਸਤੂ ਪਈ ਆ, ਜਿਹੜੀ ਲਾਈਟ ਰੇ ਜਿਹੜੀ ਸਿੱਧੀ ਪਾਸ ਕੀਤੀ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ, ਇਹ ਕਿੱਥੋਂ ਪਾਸ ਕੀਤੀ, ਫੋਕਸ ਤੋਂ। ਇਹ ਤਾਂ ਹੁਣ ਗੱਲ ਪੂਰੀ ਕਲੀਅਰ ਸਮਝ ਹੋ ਜਾਏਗੀ। ਦੂਜਾ ਆਪਾਂ ਪੜ੍ਹਿਆ ਸੀ, ਜਦੋਂ ਦੂਜੀ ਲਾਈਟ ਰੇ ਜਿਹੜੀ ਪਾਸ ਕਰਦੀ ਪਈ ਆਪਟੀਕਲ ਸੈਂਟਰ ਤੋਂ। ਆਪਟੀਕਲ ਸੈਂਟਰ ਮੀਨਸ ਪ੍ਰਕਾਸ਼ੀ ਕੇਂਦਰ ਤੋਂ। ਜਿਹੜੀ ਆਪਟੀਕਲ ਸੈਂਟਰ ਤੋਂ ਪਾਸ ਕਰਦੀ ਆ, ਇਹ ਹਮੇਸ਼ਾ ਸਿੱਧੀ ਜਾਂਦੀ ਹੈ। ਇਹ ਦੋਵੇਂ ਰੇਖਾਵਾਂ ਆਣ ਕੇ ਕਿੱਥੇ ਮਿਲਦੀਆਂ ਪਈਆਂ ਨੇ, ਇਸ ਜਗ੍ਹਾ ਦੇ ਉੱਪਰ ਆਣ ਕੇ। ਇਹ ਜਿਹੜੀ ਜਗ੍ਹਾ ਵਾ, ਇਹ ਹੈ F2 ਅਤੇ 2F2 ਦੇ ਵਿਚਕਾਰ। F2 ਤੇ 2F2 ਦੇ ਵਿਚਕਾਰ, ਇੱਥੇ ਲਗਭਗ ਆਪਾਂ ਕਹਿ ਸਕਦੇ ਇੱਥੇ ਆਣ ਕੇ ਦੋਵੇਂ ਮਿਲਦੀਆਂ ਹੋਈਆਂ ਨੇ। ਇੱਥੇ ਉਸ ਦਾ ਜੋ ਪ੍ਰਤੀਬਿੰਬ, ਜੋ ਇਮੇਜ ਬਣਦਾ ਪਿਆ, ਉਹ ਤੁਹਾਡੇ ਸਾਹਮਣੇ ਹੀ ਹੈ। ਪੋਜੀਸ਼ਨ ਤੇ ਪਤਾ ਲੱਗ ਗਈ, F2 ਤੇ 2F2 ਦੇ ਵਿਚਕਾਰ। ਇਹਦਾ ਸਾਈਜ਼ ਇਹ ਤੋਂ ਛੋਟਾ ਵਾ, ਇਹ ਵੀ ਪਤਾ ਲੱਗ ਗਿਆ। ਤੇ ਰੀਅਲ ਆ, ਰੇਖਾਵਾਂ ਆਪਣੇ ਆਪ ਮਿਲਦੀਆਂ ਪਈਆਂ ਨੇ। ਤੇ ਰੀਅਲ ਇਨਵਰਟਡ ਹੁੰਦਾ ਵਾ। ਇਨਵਰਟਡ ਵੀ ਆਪਾਂ ਨੂੰ ਡਾਇਗਰਾਮ 'ਚ ਦਿਸਦਾ ਪਿਆ ਵੀ ਕੀ ਬਣ ਰਿਹਾ, ਇਨਵਰਟਡ। ਜੇ ਆਪਾਂ ਟੇਬਲ ਨੂੰ ਦੇਖੀਏ, ਜਦੋਂ ਵਸਤੂ 2F1 ਤੋਂ ਪਰੇ ਰੱਖੀ ਸੀ, ਪ੍ਰਤੀਬਿੰਬ ਕਿੱਥੇ ਬਣਿਆ, F2 ਅਤੇ 2F2 ਦੇ ਵਿਚਕਾਰ, ਬਿਟਵੀਨ F2 ਐਂਡ 2F2। ਸਾਈਜ਼ ਇਜ਼ ਸਮਾਲ, ਰੀਅਲ ਐਂਡ ਇਨਵਰਟਡ। ਕਲੀਅਰ। ਜਿਨ੍ਹਾਂ ਨੇ ਦਰਪਣ ਦੇ ਰੇਖਾ ਚਿੱਤਰ ਪੜ੍ਹੇ ਆ, ਰੇ ਡਾਇਗਰਾਮ ਪੜ੍ਹੇ, ਉਹਨਾਂ ਵਾਸਤੇ ਤੇ ਇਹ ਬਹੁਤ ਈਜ਼ੀ ਹੈ, ਬਹੁਤ ਜ਼ਿਆਦਾ ਈਜ਼ੀ ਹੈ। ਥਰਡ ਪੁਆਇੰਟ ਹੁੰਦਾ ਵਾ, when the object is placed at C1, center of curvature, ਜਾਂ 2F1 ਤੇ ਬਣੀ। 2F1 ਤੇ ਆਬਜੈਕਟ ਪਿਆ, ਰੇ ਪੈਰਲਲ ਗਈ, ਪਾਸ ਕੀਤੀ ਫੋਕਸ ਤੋਂ। ਦੂਸਰੀ ਰੇ ਪਾਸ ਕੀਤੀ ਆਪਟੀਕਲ ਸੈਂਟਰ ਤੋਂ, ਇੱਥੇ ਆਣ ਕੇ ਮਿਲ ਗਈ। ਇੱਥੇ ਤੁਸੀਂ ਦੇਖੋਗੇ ਇਮੇਜ ਕਿੱਥੇ ਬਣੇਗਾ, 2F2 ਤੇ, ਜਾਂ ਜਿਹਨੂੰ ਆਪਾਂ ਕਹਿੰਦੇ C2 ਤੇ ਬਣੇਗਾ। ਜਦੋਂ ਆਬਜੈਕਟ ਸੀ ਐਟ C1, ਇਮੇਜ ਕਿੱਥੇ ਬਣਿਆ, C2 ਤੇ। ਸਾਈਜ਼ ਸੇਮ, ਰੀਅਲ ਐਂਡ ਇਨਵਰਟਡ। ਦੈਟ ਇਜ਼ ਵੈਰੀ ਈਜ਼ੀ। ਕਲੀਅਰ। ਹੁਣ ਆਪਾਂ ਕਰਦੇ ਕੀ ਪਏ ਹਾਂ, ਆਬਜੈਕਟ ਨੂੰ ਅੱਗੇ ਲਈ ਜਾਣ ਡਏ ਹਾਂ ਲੈਂਸ ਵੱਲ ਨੂੰ, ਤੇ ਜਿਹੜਾ ਇਮੇਜ ਆ ਇਹ ਲੈਂਸ ਤੋਂ ਦੂਰ ਲਈ ਜਾਣ ਡਿਆ। ਪਰ ਤੁਸੀਂ ਦੇਖੋ ਉਹਦਾ ਸਾਈਜ਼ ਵਧੀ ਜਾ ਰਿਹਾ। ਹੁਣ ਆਪਾਂ ਫੋਰਥ ਫਿਗਰ ਦੇਖ ਰਹੇ ਹਾਂ, when the object is between 2F1 and F1, ਯਾਨੀ ਕਿ C1 ਅਤੇ F1 ਦੇ ਵਿਚਕਾਰ ਆਬਜੈਕਟ ਪਿਆ। ਡਾਇਗਰਾਮ ਫੇਰ ਦੇਖੋ, ਰੇ ਗਈ ਪੈਰਲਲ, ਕਿੱਥੋਂ ਪਾਸ ਕੀਤੀ, ਫੋਕਸ ਤੋਂ। ਦੂਸਰੀ ਰੇ ਪਾਸ ਕੀਤੀ ਆਪਟੀਕਲ ਸੈਂਟਰ ਤੋਂ, ਇੱਥੇ ਆਣ ਕੇ ਦੋਵੇਂ ਮਿਲੀਆਂ। ਇੱਥੇ ਜਿਹੜਾ ਇਮੇਜ ਬਣ ਰਿਹਾ ਵਾ, ਇਹ F2 ਤੋਂ ਪਰੇ ਬਣਨ ਡਿਆ। ਹੁਣ ਇਮੇਜ ਅੱਗੇ ਨੂੰ ਜਾਣ ਲੱਗ ਪਿਆ। ਸਾਈਜ਼ ਆਖੋ, ਦੇਖੋ ਆਬਜੈਕਟ ਦਾ ਸਾਈਜ਼ ਤੇ ਇਮੇਜ ਦੇ ਸਾਈਜ਼ ਨੂੰ ਕੰਪੇਅਰ ਕਰੋ। ਇਮੇਜ ਦਾ ਸਾਈਜ਼ ਆਬਜੈਕਟ ਤੋਂ ਕੀ ਵੱਡਾ ਵਾ, ਜਿਹਨੂੰ ਆਪਾਂ ਕੀ ਕਹਿੰਦੇ ਐਨਲਾਰਜ। ਕੀ ਕਹਿੰਦੇ ਆ, ਐਨਲਾਰਜ। ਰੀਅਲ ਆ, ਕੋਈ ਸ਼ੱਕ ਨਹੀਂ, ਤੇ ਇਨਵਰਟਡ ਆ। ਕਲੀਅਰ। ਇਹ ਤੁਹਾਨੂੰ ਪੁਆਇੰਟ ਸਮਝ ਲੱਗ ਗਿਆ ਹੋਵੇਗਾ। ਟੇਬਲ 'ਚ ਦੇਖਣਾ ਤਾਂ ਟੇਬਲ 'ਚ ਇੱਕ ਵਾਰੀ ਦੇਖ ਲਓ। 4 ਨੰਬਰ ਤੇ ਦੇਖੋ, ਆਬਜੈਕਟ ਕਿੱਥੇ ਪਿਆ, F1 ਤੇ 2F1 ਦੇ ਵਿਚਕਾਰ। ਕਿੱਥੇ ਬਣਿਆ ਵਾ, 2F ਤੋਂ ਪਰੇ, ਵੱਡਾ ਵਾ, ਐਨਲਾਰਜ ਆ, ਤੇ ਵਾਸਤਵਿਕ ਅਤੇ ਉਲਟਾ। ਪੰਜਵਾਂ ਪੁਆਇੰਟ ਹੋ ਗਿਆ, ਹੁਣ ਆਬਜੈਕਟ ਕਿੱਥੇ ਪਿਆ ਵਾ, ਫੋਕਸ ਤੇ। ਆਬਜੈਕਟ ਇਜ਼ ਪਲੇਸਡ ਐਟ ਦਾ ਫੋਕਸ। ਇਹ ਦੇਖੋ ਡਾਇਗਰਾਮ, ਇੱਕ ਰੇ ਗਈ ਪੈਰਲਲ, ਕਿੱਥੋਂ
ਕਿੱਥੋਂ ਪਾਸ ਕੀਤੀ, ਫੋਕਸ ਤੋਂ। ਦੂਜੀ ਪਾਸ ਕੀਤੀ ਆਪਟੀਕਲ ਸੈਂਟਰ ਤੋਂ, ਸਿੱਧੀ ਚੱਲੀ ਗਈ। ਇਹ ਦੋਵੇਂ ਰੇਖਾਵਾਂ ਮਿਲ ਗਈਆਂ ਪਰ ਬੜੀ ਦੂਰ ਜਾ ਕੇ। ਬੜੀ ਦੂਰ ਦਾ ਮਤਲਬ ਕੀ ਹੁੰਦਾ, ਅਨੰਤ। ਅਨੰਤ ਮੀਨਸ ਇਨਫਿਨਿਟੀ ਤੇ ਇਨਫਿਨਿਟੀ ਦੇ ਜਦੋਂ ਮਿਲਣਗੀਆਂ ਤੇ ਸਾਈਜ਼ ਵਿਲ ਬੀ ਹਾਈਲੀ ਮੈਗਨੀਫਾਈਡ ਜਾਂ ਹਾਈਲੀ ਅਲਾਰਜ। ਜਿਹੜਾ ਇਮੇਜ ਦਾ ਸਾਈਜ਼ ਆ ਇਹ ਬਹੁਤ ਵੱਡਾ ਹੋਵੇਗਾ, ਠੀਕ ਆ, ਰੀਅਲ ਹੋਵੇਗਾ ਤੇ ਇਨਵਰਟਡ ਹੋਵੇਗਾ। ਵਸਤੂ ਪਈ F1 ਤੇ ਫੋਕਸ ਤੇ, ਕਿੱਥੇ ਬਣਦਾ ਪਿਆ ਪ੍ਰਤੀਬਿੰਬ, ਅਨੰਤ ਉੱਤੇ। ਇਨਫਿਨਿਟੀ ਅਸੀਮਿਤ ਵੱਡਾ ਜਾਂ ਬਹੁਤ ਹੀ ਵੱਡਾ, ਹਾਈਲੀ ਅਲਾਰਜ ਵਾਸਤਵਿਕ ਅਤੇ ਉਲਟਾ। ਤੇ ਛੇਵਾਂ ਤੇ ਲਾਸਟ ਪੁਆਇੰਟ ਹੈ ਵੈਨ ਦ ਆਬਜੈਕਟ ਇਜ਼ ਬਿਟਵੀਨ ਫੋਕਸ ਐਂਡ ਆਪਟੀਕਲ ਸੈਂਟਰ। ਇਹ ਡਾਇਗਰਾਮ ਧਿਆਨ ਨਾਲ ਸਮਝੋ, ਕੋਸ਼ਿਸ਼ ਕਰਿਓ। ਆਬਜੈਕਟ ਜਿਹੜਾ ਵਾ ਇਹ F1 ਤੇ O ਦੇ ਵਿਚਕਾਰ ਪਿਆ, ਠੀਕ ਹੈ। ਇਹ 'ਚ ਕੀ ਹੋ ਰਿਹਾ ਹੁਣ ਦੇਖੋ, ਜਿਹੜਾ ਆਪਣਾ ਡਾਇਗਰਾਮ ਹੈ, ਸੌਰੀ, ਕਨਕੇਵ ਦਾ ਵਾ। ਆਬਜੈਕਟ ਜਿਹੜਾ ਵਾ F1 ਤੇ ਆਪਟੀਕਲ ਸੈਂਟਰ ਦੇ ਵਿਚਕਾਰ ਪਿਆ। ਇੱਕ ਰੇ ਗਈ ਪੈਰਲਲ, ਕਿੱਥੋਂ ਪਾਸ ਕੀਤੀ, ਫੋਕਸ ਤੋਂ। ਦੂਜੀ ਪਾਸ ਕੀਤੀ ਆਪਟੀਕਲ ਸੈਂਟਰ ਤੋਂ। ਇਹ ਦੋਵੇਂ ਰੇਖਾਵਾਂ ਇੱਕ ਦੂਜੇ ਤੋਂ ਦੂਰ ਜਾ ਰਹੀਆਂ, ਯਾਨੀ ਕਿ ਆਪਸ 'ਚ ਕਦੀ ਨਹੀਂ ਮਿਲਣਗੀਆਂ। ਇਹਨਾਂ ਨੂੰ ਮਿਲਾਉਣ ਲਈ ਆਪਾਂ ਪਿੱਛੇ ਨੂੰ ਮਿਲਾਇਆ ਤੇ ਇਸ ਜਗ੍ਹਾ ਦੇ ਉੱਪਰ ਆਣ ਕੇ ਮਿਲ ਗਏ। ਇਹ ਉਹ ਕੇਸ ਹੁੰਦਾ ਵਾ ਜਿਹਦੇ ਵਿੱਚ ਜਿਹੜਾ ਇਮੇਜ ਲੈਂਸ ਦੇ ਉਸੇ ਹੀ ਸਾਈਡ ਤੇ ਬਣ ਰਿਹਾ 2F1 ਦੇ ਪਿੱਛੇ, ਠੀਕ। ਇਹਦੇ ਵਿੱਚ ਜਿਹੜਾ ਹੁਣ ਦੇਖੋ ਰੇਖਾਵਾਂ ਆਪਸ 'ਚ ਨਹੀਂ ਮਿਲੀਆਂ ਤੇ ਫਿਰ ਕਿਹੜਾ ਇਮੇਜ ਬਣ ਗਿਆ, ਵਰਚੁਅਲ, ਆਭਾਸੀ। ਤੇ ਵਰਚੁਅਲ ਇਮੇਜ ਜਿਹੜਾ ਹੁੰਦਾ ਵਾ ਇਹ ਹਮੇਸ਼ਾ ਇਰੈਕਟ ਹੁੰਦਾ। ਇਰੈਕਟ ਮੀਨਸ ਸਿੱਧਾ, ਤੇ ਆਬਜੈਕਟ ਤੋਂ ਵੱਡਾ ਬਣ ਰਿਹਾ ਵਾ, ਦੈਟ ਮੀਨਸ ਐਨਲਾਰਜ। ਵਰਚੁਅਲ ਆ, ਇਰੈਕਟ ਆ, ਐਨਲਾਰਜ ਆ, ਤੇ ਲੈਂਸ ਦੇ ਉਸੇ ਹੀ ਸਾਈਡ ਦੇ ਉੱਪਰ। ਆ ਦੇਖੋ, ਜਦੋਂ ਵਸਤੂ F1 ਅਤੇ O ਆਪਟੀਕਲ ਸੈਂਟਰ ਦੇ ਵਿਚਕਾਰ ਹੁੰਦੀ ਹੈ ਤੇ ਪ੍ਰਤੀਬਿੰਬ ਕਿੱਥੇ ਬਣਦਾ ਪਿਆ, ਜਿਸ ਪਾਸੇ ਵਸਤੂ ਹੈ ਲੈਂਸ ਦੇ ਉਸ ਹੀ ਪਾਸੇ ਬਣ ਰਿਹਾ ਹੈ, ਵੱਡਾ ਬਣਦਾ ਪਿਆ ਹੈ, ਆਭਾਸੀ ਅਤੇ ਸਿੱਧਾ ਬਣਦਾ ਪਿਆ ਹੈ। ਇਹ 6 ਰੇ ਡਾਇਗਰਾਮ ਹੈ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਹਨ। ਜਦੋਂ ਤੁਸੀਂ ਇਹਨੂੰ ਰੇ ਡਾਇਗਰਾਮ ਨੂੰ ਘੋਟਾ ਲਾਉਣ ਦੀ ਜ਼ਰੂਰਤ ਨਹੀਂ, ਇਹਨੂੰ ਤੁਸੀਂ ਆਪ ਬਣਾ ਕੇ ਦੇਖੋਗੇ ਤੇ ਆਪਣੇ ਆਪ ਹੀ ਤੁਹਾਡਾ ਇਮੇਜ ਬਣਦਾ ਰਹੇਗਾ। ਸਾਈਜ਼ ਦਾ ਵੀ ਪਤਾ ਲੱਗੀ ਜਾਂਦਾ ਵਾ। ਇਰੈਕਟ ਵਰਚੁਅਲ ਤੁਹਾਨੂੰ ਮੈਂ ਵੈਸੇ ਦੱਸ ਚੁੱਕਾ ਵਾ। ਲਾਰਜ ਆ, ਜੇ ਮਤਲਬ ਰੀਅਲ ਹੋਏਗਾ ਤੇ ਇਨਵਰਟਡ ਹੋਵੇਗਾ, ਤੇ ਜੇ ਉਹ ਵਰਚੁਅਲ ਹੈ ਤੇ ਉਹ ਹਮੇਸ਼ਾ ਇਰੈਕਟ ਹੋਵੇਗਾ। ਇਸੇ ਤਰ੍ਹਾਂ ਹੀ ਜਿਵੇਂ ਉੱਤਰ ਲੈਂਸ ਹੈ ਤੇ ਅਵਤਲ ਲੈਂਸ ਦੇ ਦੋ ਰੇਖਾ ਚਿੱਤਰ ਹਨ, ਠੀਕ ਹਨ। ਇਹ ਦੋ ਰੇਖਾ ਚਿੱਤਰ ਤੇ ਬਹੁਤ ਸਿੰਪਲ ਹਨ। ਇਹਨਾਂ ਨੂੰ ਆਪਾਂ ਜੇ ਦੇਖੀਏ ਦੋਵਾਂ ਰੇਖਾ ਚਿੱਤਰਾਂ ਨੂੰ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਹੁਣ ਦੇਖੋ, ਇਹਦੇ 'ਚ ਸਿਰਫ ਦੋ ਰੇਖਾ ਚਿੱਤਰ ਬਣਦੇ। ਇੱਕ ਹੁੰਦਾ ਜਦੋਂ ਵਸਤੂ ਅਨੰਤ ਤੇ, ਅਨੰਤ ਮੀਨ ਵੈਨ ਦਾ ਆਬਜੈਕਟ ਇਜ਼ ਐਟ ਇਨਫਿਨਿਟੀ, ਜਦੋਂ ਵਸਤੂ ਇਨਫਿਨਿਟੀ ਤੇ ਅਨੰਤ ਤੇ ਆ। ਲਾਈਨਸ ਗਈਆਂ, ਲਾਈਟ ਰੇਸ ਪੈਰਲਲ, ਵੱਜ ਕੇ ਮੁੜ ਗਈਆਂ, ਵਾਪਸ ਮਿਲਾਇਆ ਤੇ ਕਿੱਥੇ ਆਣ ਕੇ ਮਿਲੀਆਂ, ਫੋਕਸ ਤੇ। ਹੁਣ ਇਹਦੇ ਵਿੱਚ ਕੀ ਹੋਣ ਡਿਆ ਵਾ, ਰੇਸ ਆਪਣੇ ਆਪ ਨਹੀਂ ਮਿਲੀਆਂ, ਆਪਾਂ ਉਹਨੂੰ ਮਿਲਾਇਆ, ਯਾਨੀ ਕਿ ਕਿਹੜਾ ਇਮੇਜ ਬਣਿਆ, ਵਰਚੁਅਲ। ਇਹ ਗੱਲ ਤੇ ਕਲੀਅਰ ਹੋ ਗਈ। ਜਦੋਂ ਅਨੰਤ ਤੇ ਆ, ਬਣਿਆ ਕਿੱਥੇ, ਫੋਕਸ ਤੇ, ਬਹੁਤ ਹੀ ਛੋਟਾ ਬਿੰਦੂਕਾਰ ਪੁਆਇੰਟ ਸਾਈਜ਼, ਠੀਕ ਹੈ। ਆਭਾਸੀ ਮੀਨਸ ਵਰਚੁਅਲ, ਅਤੇ ਜਿਹੜਾ ਵਰਚੁਅਲ ਹੋਏਗਾ ਉਹਦੇ ਸਿੱਧਾ ਹੋਣਾ ਹੀ ਹੋਣਾ ਵਾ, ਇਰੈਕਟ ਬਣ ਗਿਆ। ਤੇ ਦੂਸਰਾ ਕੇਸ ਹੁੰਦਾ ਵਾ ਆਬਜੈਕਟ ਜਿੱਥੇ ਮਰਜ਼ੀ ਰੱਖ ਦੋ, ਅਨੰਤ ਤੋਂ ਲੈ ਕੇ ਆਪਟੀਕਲ ਸੈਂਟਰ ਦੇ ਵਿਚਕਾਰ ਜਿੱਥੇ ਮਰਜ਼ੀ ਰੱਖ ਦੋ, ਠੀਕ ਹੈ। ਜਿਵੇਂ ਆਪਾਂ ਇਸ ਕੇਸ ਦੇਖੀਏ, ਇਹ 2F1 ਤੇ ਜਿਹੜਾ ਉਹ ਜਿੱਥੇ ਮਰਜ਼ੀ ਰੱਖ ਦੋ। ਇੱਕ ਰੇ ਜਾਏਗੀ ਪੈਰਲਲ, ਸਮਾਂਤਰ, ਇਹ ਮੁੜ ਗਈ, ਵਾਪਸ ਮਿਲਾਈ ਫੋਕਸ ਤੋਂ। ਦੂਜੀ ਜਿਹੜੀ ਆਪਟੀਕਲ ਸੈਂਟਰ 'ਚੋਂ ਪਾਸ ਕੀਤੀ, ਇੱਥੇ ਆਣ ਕੇ ਦੋਵੇਂ ਮਿਲੀ। ਉਦੋਂ ਜਿਹੜਾ ਇਮੇਜ ਆ ਹਮੇਸ਼ਾ ਹੀ ਆਪਟੀਕਲ ਸੈਂਟਰ ਅਤੇ F1 ਦੇ ਵਿਚਕਾਰ, ਪ੍ਰਕਾਸ਼ੀ ਕੇਂਦਰ ਅਤੇ ਮੁੱਖ ਫੋਕਸ ਜਿਹੜਾ ਪਹਿਲਾ ਵਾ ਉਹਦੇ ਵਿਚਕਾਰ ਹਮੇਸ਼ਾ ਹੀ ਬਣਦਾ ਵਾ। ਅਨੰਤ ਉੱਤੇ ਲੈਂਸ ਦੇ ਪ੍ਰਕਾਸ਼ ਕੇਂਦਰ ਉਹਦੇ ਵਿਚਕਾਰ, ਠੀਕ ਹੈ। ਤੇ ਫੋਕਸ F1 ਅਤੇ ਪ੍ਰਕਾਸ਼ ਕੇਂਦਰ ਉਹਦੇ ਵਿਚਕਾਰ ਛੋਟਾ ਬਣੇਗਾ, ਆਭਾਸੀ ਬਣੇਗਾ ਤੇ ਸਿੱਧਾ ਬਣੇਗਾ। 6 ਰੇਖਾ ਚਿੱਤਰ ਉੱਤਰ ਲੈਂਸ ਦੇ ਤੇ 2 ਰੇਖਾ ਚਿੱਤਰ ਅਵਤਲ ਲੈਂਸ ਦੇ। ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਓ ਤੇ ਤੁਹਾਨੂੰ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਸਮਝ ਲੱਗ ਜਾਏਗੀ ਵੀ ਲੈਂਸ ਵਿੱਚ ਵਸਤੂ ਦੀ ਪੋਜੀਸ਼ਨ ਦੇ ਮੁਤਾਬਕ ਪ੍ਰਤੀਬਿੰਬ ਕਿਵੇਂ ਬਦਲਦਾ ਹੈ ਅਤੇ ਪ੍ਰਤੀਬਿੰਬ ਕਿੱਥੇ ਕਿੱਥੇ ਬਣਦਾ ਹੈ। ਜਿਹੜਾ ਕਨਵੈਕਸ ਲੈਂਸ ਹੁੰਦਾ ਵਾ ਨਾ ਬੇਟਾ, ਇਸ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਐਜ਼ ਅ ਮੈਗਨੀਫਾਈਂਗ ਗਲਾਸ ਕਹਿ ਲਓ, ਮੈਗਨੀਫਾਈਂਗ ਲੈਂਸ ਕਹਿ ਲਓ। ਮਤਲਬ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ, ਮੰਨ ਲਓ ਆਪਾਂ ਕੋਈ ਅਖਬਾਰ ਜਾਂ ਕੋਈ ਕਿਤਾਬ ਪੜ੍ਹਦੇ ਪਏ ਹਾਂ, ਜਿਹਦੇ ਉੱਪਰ ਅਕਸ਼ਰ ਬਹੁਤ ਛੋਟੇ ਛੋਟੇ ਲਿਖੇ ਆ, ਜਦੋਂ ਆਪਾਂ ਲੈਂਸ ਦੀ ਵਰਤੋਂ ਕਰਦੇ ਹਾਂ ਤੇ ਉਹ ਜਿਹੜੇ ਅਕਸ਼ਰ ਆਪਾਂ ਨੂੰ ਵੱਡੇ ਦਿਖਾਈ ਦਿੰਦੇ ਆ, ਠੀਕ ਆ। ਜਿਹਨੂੰ ਆਪਾਂ ਕਹਿੰਦੇ ਆ that is used as a magnifying glass to read the small prints of a book, ਉਹਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਜਿਵੇਂ ਆਪਾਂ ਦਰਪਣ ਵਿੱਚ ਪੜ੍ਹਿਆ ਸੀ ਦਰਪਣ ਫਾਰਮੂਲਾ, ਉਸ ਤਰ੍ਹਾਂ ਹੀ ਲੈਂਸ ਵਿੱਚ ਹੈ ਲੈਂਸ ਫਾਰਮੂਲਾ, ਜਿਹਨੂੰ ਲੈਂਸ ਸੂਤਰ ਅਤੇ ਵਰਦਰਸ਼ਨ ਜਿਹਨੂੰ ਆਪਾਂ ਕਹਿੰਦੇ ਮੈਗਨੀਫਿਕੇਸ਼ਨ, ਇਹਦੇ ਬਾਰੇ ਆਪਾਂ ਪੜ੍ਹਾਂਗੇ। ਚੀਜ਼ਾਂ ਸਾਰੀਆਂ ਸੇਮ ਉਹੀ ਆ,
ਜਿਹੜਾ ਆਪਟੀਕਲ ਸੈਂਟਰ ਤੋਂ ਆਪਾਂ ਦੂਰੀ ਕਿੱਥੋਂ ਮਾਪਦੇ ਹਾਂ? ਆਪਟੀਕਲ ਸੈਂਟਰ ਤੋਂ। ਜਿਵੇਂ ਮੰਨ ਲਓ ਇਹ ਲੈਂਸ ਆ, ਇਹਦਾ ਆਪਟੀਕਲ ਸੈਂਟਰ ਆ ਉਹ ਆ, ਠੀਕ ਹੈ। ਇੱਧਰ ਨੂੰ ਆਪਾਂ ਜਿਹੜੀ ਵੀ ਕੋਈ ਚੀਜ਼ ਮਾਪਾਂਗੇ, ਠੀਕ ਹੈ, ਜਿਹੜੀ ਆਪਾਂ ਲੈਫਟ ਵਾਲੇ ਪਾਸੇ ਮੰਨਦੇ ਹਾਂ, ਇਹ ਹਮੇਸ਼ਾ ਆਪਾਂ ਲੈਂਦੇ ਹਾਂ ਮਾਈਨਸ। ਜਿਹੜੀ ਆਪਾਂ ਦੂਰੀ ਇੱਧਰ ਨੂੰ ਮਾਪਦੇ ਹਾਂ ਲੈਂਸ ਤੋਂ ਇਸ ਪਾਸੇ, ਉਹਨੂੰ ਆਪਾਂ ਮੰਨਦੇ ਹਮੇਸ਼ਾ ਪਲੱਸ। ਜਿਹੜੀ ਚੀਜ਼ ਉੱਪਰ ਪਈ ਆ, ਵਸਤੂ ਹਮੇਸ਼ਾ ਉੱਪਰ ਨੂੰ ਹੁੰਦੀ ਆ, ਉਹਦੀ ਹਾਈਟ ਪਲੱਸ ਮੰਨੀ ਜਾਂਦੀ ਆ। ਇਮੇਜ ਜੇ ਥੱਲੇ ਨੂੰ ਬਣਨ ਡਿਆ ਵਾ ਤੇ ਮਾਈਨਸ, ਜੇ ਇਮੇਜ ਉੱਪਰ ਨੂੰ ਬਣਨ ਡਿਆ ਤੇ ਉਹ ਪਲੱਸ। O ਤੋਂ ਆਬਜੈਕਟ ਦੀ ਦੂਰੀ, ਵਸਤੂ ਤੋਂ ਜਿਹੜਾ ਆਬਜੈਕਟ ਯਾਨੀ ਕਿ ਵਸਤੂ ਦੀ ਦੂਰੀ ਆਪਟੀਕਲ ਸੈਂਟਰ ਤੋਂ, ਉਹਨੂੰ U ਕਿਹਾ ਜਾਂਦਾ, ਤੇ ਵਸਤੂ ਤੋਂ ਪ੍ਰਤੀਬਿੰਬ ਦੀ ਦੂਰੀ, ਇਮੇਜ ਦੂਰੀ ਨੂੰ ਕੀ ਕਿਹਾ ਜਾਂਦਾ? V। ਤੇ ਜਿਹੜੀ ਫੋਕਲ ਲੈਂਥ ਆ, ਇਹਨੂੰ ਆਪਾਂ ਕੀ ਲਿਖਦੇ ਹਾਂ? F। ਕਲੀਅਰ? ਸੇਮ ਆਪਾਂ ਇੱਥੇ ਪੜਿਆ ਸੀ ਲੈਂਥ ਵਿੱਚ, ਇਹਦਾ ਫਾਰਮੂਲਾ ਦਾ ਵਾ 1 - V 1/V - 1/U that is equal to 1/F। ਇਹ ਜਿਹੜਾ ਫਾਰਮੂਲਾ ਵਾ that is called as the length formula। ਕਲੀਅਰ? ਤੇ ਵਰਦਰਸ਼ਨ ਦੀ ਗੱਲ ਕਰੀਏ ਤੇ ਵਰਦਰਸ਼ਨ ਤਾਂ ਅੱਗੇ ਵੀ ਪੜਿਆ ਸੀ। ਵਰਦਰਸ਼ਨ ਕੀ ਹੁੰਦਾ ਵਾ? ਮੈਗਨੀਫਿਕੇਸ਼ਨ, ਪ੍ਰਤੀਬਿੰਬ ਦੀ ਉਚਾਈ ਬਟਾ ਵਸਤੂ ਦੀ ਉਚਾਈ। ਪ੍ਰਤੀਬਿੰਬ ਆਪਾਂ ਜਿਵੇਂ H' ਮੰਨ ਲਿਆ, ਵਸਤੂ ਨੂੰ ਆਪਾਂ H ਮੰਨ ਲਿਆ। ਜੇ ਪ੍ਰਤੀਬਿੰਬ ਜਿਹੜਾ ਵਾ ਉਹਦੀ ਉਚਾਈ ਤੇ ਵਸਤੂ ਦੀ ਉਚਾਈ ਬਰਾਬਰ ਆ, m ਦੀ ਵੈਲਿਊ ਕਿੰਨੀ ਹੋਵੇਗੀ? 1। ਪਰ ਆਪਾਂ ਜਿਵੇਂ ਪੜਿਆ ਸੀ ਕਿ ਜਿਵੇਂ ਕਨਵੈਕਸ ਲੈਂਸ ਆ, ਇਹਨੂੰ ਆਪਾਂ ਤਾਂ ਦੱਸਿਆ ਨਹੀਂ ਕਿਹੜਾ ਲੈਂਸ ਕਹਿੰਦੇ ਆ, ਇਹਨੂੰ ਕਹਿੰਦੇ ਮੈਗਨੀਫਾਈਂਗ ਲੈਂਸ। ਮੈਗਨੀਫਾਈਂਗ ਲੈਂਸ ਦਾ ਮਤਲਬ ਕੀ ਹੁੰਦਾ ਵਾ? ਇਹਦੇ ਵਿੱਚ ਜਿਹੜਾ m ਦੀ ਵੈਲਿਊ 1 ਤੋਂ ਜ਼ਿਆਦਾ ਹੋਵੇਗੀ, ਯਾਨੀ ਕਿ ਪ੍ਰਤੀਬਿੰਬ ਦੀ ਉਚਾਈ H' ਦੀ ਜਿਹੜੀ ਉਚਾਈ ਹੈ H ਤੋਂ ਜ਼ਿਆਦਾ ਵਾ। ਜੇ H ਮੰਨ ਲਓ 2 ਸੈਂਟੀਮੀਟਰ ਆ ਤੇ H' ਜਿਹੜਾ ਵਾ ਇਹ 2 ਤੋਂ ਜ਼ਿਆਦਾ ਹੋਏਗਾ। ਮੰਨ ਲਓ ਜੀ ਇਹ 5 ਸੈਂਟੀਮੀਟਰ ਆ ਤੇ ਆਪਾਂ ਕਹਾਂਗੇ m ਕਿੰਨਾ ਹੋ ਗਿਆ? m ਹੋ ਗਿਆ 5/2 2.5, ਯਾਨੀ ਕਿ 2.5 ਗੁਣਾ ਉਹਨੇ ਉਹਦੇ ਆਕਾਰ ਨੂੰ ਵਧਾਤਾ। ਠੀਕ ਹੈ, ਇਹ ਗੱਲ ਸਮਝ ਲੱਗੀ ਬੇਟਾ? ਹੁਣ ਇਸ ਚੈਪਟਰ ਦਾ ਹੁਣ ਅਸੀਂ ਪੜਾਂਗੇ ਇਸ ਚੈਪਟਰ ਦਾ ਲਾਸਟ ਟੌਪਿਕ that is ਲੈਂਸ ਦੀ ਸ਼ਕਤੀ, ਜਿਹਨੂੰ ਆਪਾਂ ਕਹਿੰਦੇ ਆ ਪਾਵਰ ਆਫ ਲੈਂਸ। ਪਾਵਰ ਆਫ ਲੈਂਸ ਹੁੰਦਾ ਕੀ ਹੈ? ਪਾਵਰ ਦਾ ਜੇ ਆਪਾਂ ਫਾਰਮੂਲਾ ਪੜ੍ਹੀਏ ਤੇ ਪਾਵਰ ਦਾ ਫਾਰਮੂਲਾ ਹੈ P = 1/F। ਇਤਨਾ ਪਤਾ ਹੈ F ਕੀ ਹੁੰਦਾ ਹੈ? ਫੋਕਸ ਦੂਰੀ ਜਾਂ ਫੋਕਲ ਲੈਂਥ। ਤੇ ਜਿਹੜੀ ਫੋਕਸ ਦੂਰੀ ਆ ਜਾਂ ਫੋਕਲ ਲੈਂਥ ਸ਼ੁੱਡ ਬੀ ਇਨ ਮੀਟਰ। ਜਦੋਂ ਫੋਕਲ ਲੈਂਥ ਮੀਟਰ ਦੀ ਦਿੱਤੀ ਹੋਵੇ ਤੇ ਜਿਹੜਾ ਪਾਵਰ ਆ, ਲੈਂਸ ਦੀ ਜਿਹੜੀ ਪਾਵਰ ਹੁੰਦੀ ਆ, ਉਹਦੇ ਜਿਹੜੇ SI ਯੂਨਿਟਸ ਜਿਹੜੇ ਹਨ, ਜਿਹੜੀ SI ਇਕਾਈ ਹੈ that is diopter, DIOPTRE। ਇਹਨੂੰ ਆਪਾਂ ਲਿਖਦੇ ਹਾਂ ਇੰਗਲਿਸ਼ ਦੇ ਅਲਫਾਬੈਟ ਕੈਪੀਟਲ D ਦੇ ਨਾਲ। ਠੀਕ ਹੈ। ਹੁਣ ਲੈਂਸ ਦੀ ਸ਼ਕਤੀ ਪਾਵਰ ਹੁੰਦੀ ਕੀ ਆ? ਕੋਈ ਲੈਂਸ ਤਾਂ ਆਪਾਂ ਦੇਖਿਆ ਸੀ ਵੀ ਜਿਵੇਂ ਉੱਤਲ ਲੈਂਸ ਹੈ ਜਾਂ ਅਵਤਲ ਲੈਂਸ ਹੈ, ਇਹ ਪ੍ਰਕਾਸ਼ੀ ਕਿਰਨਾਂ ਨੂੰ ਅਭਿਸਾਰਿਤ ਜਾਂ ਅਪਸਰਿਤ ਕਰਦੇ ਹਨ। ਉਹ ਉਹਨਾਂ ਨੂੰ ਕਿੰਨਾ ਅਭਿਸਰਿਤ ਜਾਂ ਅਪਸਰਿਤ ਕਰਦੇ ਹਨ, ਯਾਨੀ ਕਿ ਉਹਨਾਂ ਨੂੰ ਕਨਵਰਜ ਜਾਂ ਡਿਵਰਜ ਕਰਦੇ ਹਨ, ਉਸ ਦੀ ਸ਼ਕਤੀ ਦੇ ਰੂਪ ਦੇ ਵਿੱਚ ਉਸਨੂੰ ਦੱਸਿਆ ਜਾਂਦਾ ਹੈ। ਵੀ ਕੋਈ ਲੈਂਸ ਮੰਨ ਲਓ ਉਹਨੇ ਜ਼ਿਆਦਾ ਉਹਨਾਂ ਨੂੰ ਕਨਵਰਜ ਕਰਤਾ, ਆਪਾਂ ਕਹਾਂਗੇ ਉਹਦੀ ਪਾਵਰ ਜ਼ਿਆਦਾ ਹੈ। ਜੇ ਕੋਈ ਘੱਟ ਕੀਤਾ ਆਪਾਂ ਕਹਾਂਗੇ ਉਹਦੀ ਪਾਵਰ ਘੱਟ ਹੈ। ਤੇ ਇਹ ਜੋ ਕੁਛ ਹੈ ਇਹ ਕਿਸ ਤੇ ਨਿਰਭਰ ਕਰਦਾ ਹੈ? ਇਹ ਨਿਰਭਰ ਕਰਦਾ ਹੈ ਉਸ ਦੀ ਫੋਕਲ ਲੈਂਥ ਤੇ, ਲੈਂਸ ਦੀ ਫੋਕਲ ਲੈਂਥ ਤੇ। ਇਸੇ ਕਰਕੇ ਹੀ ਜਿਹੜਾ ਪਾਵਰ ਹੈ ਉਹ ਫਿਰ ਕਿਤੇ ਡਿਪੈਂਡ ਕਰਦੀ ਹੈ? ਫੋਕਲ ਲੈਂਥ ਆਫ ਦਾ ਲੈਂਸ। ਹੁਣ ਦੇਖੋ ਕਈ ਵਾਰ ਤੁਸੀਂ ਆਪਣੇ ਜਿਵੇਂ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਆਪਾਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਆਪਾਂ ਨੂੰ ਬਾਰ-ਬਾਰ ਲੈਂਸ ਬਦਲ ਕੇ ਲਾਉਂਦੇ ਹਨ, ਕਦੀ ਇਹ ਲੈਂਸ ਲਗਾ ਕੇ ਦੇਖੋ, ਕਦੀ ਦੂਜਾ ਲਗਾ ਕੇ ਦੇਖੋ। ਉਸੇ ਤਰ੍ਹਾਂ ਹੀ ਹਰ ਇੱਕ ਲੈਂਸ ਦੀ ਆਪਣੀ ਪਾਵਰ ਹੁੰਦੀ ਹੈ। ਠੀਕ ਹੈ, ਆਪਾਂ ਨੂੰ ਕਹਿੰਦੇ ਨਾ ਤੁਹਾਨੂੰ ਐਨਕ ਲੱਗੀ ਹੈ, ਕਿੰਨੇ ਨੰਬਰ ਲੱਗੀ, ਜਾਂ ਆਪਾਂ ਕਹਿੰਦੇ ਜੀ ਅੱਧੇ ਨੰਬਰ ਦੀ ਐਨਕ ਹੈ, ਜਾਂ 1 ਨੰਬਰ ਦੀ ਐਨਕ ਹੈ, ਜਾਂ 1.5 ਨੰਬਰ, ਕੁਛ ਵੀ ਹੈ, ਪਲੱਸ ਹੈ ਕਿ ਮਾਈਨਸ ਹੈ। ਹੁਣ ਆਪਾਂ ਪਲੱਸ ਮਾਈਨਸ ਬਾਰੇ ਵੀ ਪੜਾਂਗੇ ਵੀ ਪਲੱਸ ਜਾਂ ਮਾਈਨਸ ਕੀ ਹੁੰਦਾ ਹੈ, ਉਹਦੇ ਬਾਰੇ ਆਪਾਂ ਕਰਾਂਗੇ। ਪਹਿਲਾਂ ਤੁਹਾਨੂੰ ਇਹ ਗੱਲ ਸਮਝ ਲੱਗੀ ਪਾਵਰ ਲੱਭਣ ਦਾ ਫਾਰਮੂਲਾ ਕੀ ਹੈ? 1/F and F that is focal length should be given in meters and the unit of power is diopter। ਹੁਣ ਦੇਖੋ ਜਿਹੜਾ ਉੱਤਰ ਲੈਂਸ ਹੈ, ਠੀਕ ਹੈ, ਉਹ ਦੀ ਪਾਵਰ ਜਿਹੜੀ ਹੈ, ਹੁਣ ਆਪਾਂ ਦੇਖਿਆ ਸੀ, ਜੇ ਆਪਾਂ ਇੱਕ ਵਾਰੀ ਮਾੜਾ ਜਿਹਾ ਥੋੜਾ ਮੈਂ ਤੁਹਾਨੂੰ ਰਿਵਾਈਜ਼ ਕਰਾਵਾਂ। ਉੱਤਰ ਲੈਂਸ ਦੇ ਵਿੱਚ ਆਪਾਂ ਦੇਖਿਆ ਸੀ, ਮੰਨ ਲਓ ਸੌਰੀ ਇਹ ਪ੍ਰਿੰਸੀਪਲ ਐਕਸਿਸ ਉੱਪਰ ਇੱਕ ਰੇ ਜਾਣ, ਆਪਾਂ ਦੁਬਾਰਾ ਡਾਇਗਰਾਮ ਡਰਾ ਕਰਕੇ ਦੇਖਦੇ ਹਾਂ। ਇਹ ਮਤਲਬ ਉੱਤਰ ਲੈਂਸ ਹੈ, ਇਹਦੇ ਵਿੱਚ ਇਹ ਹੈ ਪ੍ਰਿੰਸੀਪਲ ਐਕਸਿਸ, ਇੱਕ ਲਾਈਟ ਰੇ ਜਾਣ ਦੀ ਪੈਰਲਲ ਕਿੱਥੋਂ ਨਿਕਲਦੀ ਸੀ? ਦੋਵੇਂ ਰੇਜ਼ ਕਿੱਥੋਂ ਆਣ ਕੇ ਮਿਲਦੀਆਂ ਸੀ? ਕਿਸ ਬਿੰਦੂ ਤੋਂ? ਫੋਕਸ ਤੋਂ। ਇਹ ਇਹਦੀ ਫੋਕਲ ਲੈਂਥ ਹੈ, ਇਹਦੀ ਫੋਕਲ ਲੈਂਥ ਲੈਂਸ ਤੋਂ ਸੱਜੇ ਪਾਸੇ ਨੂੰ ਹੈ, ਤੇ ਜਿਹਦੀ ਮਿਣਤੀ ਆਪਾਂ ਸੱਜੇ ਪਾਸੇ ਨੂੰ ਕਰਦੇ ਨੂੰ ਆਪਾਂ ਕੀ ਮੰਨਦੇ? ਪਲੱਸ। ਇਹਦਾ ਮਤਲਬ ਉੱਤਰ ਲੈਂਸ ਜੋ ਹੈ ਉਹਦੀ ਫੋਕਸ ਦੂਰੀ ਕਿਹਦੇ 'ਚ ਹੋਵੇਗੀ? ਪਲੱਸ। ਜੇ ਫੋਕਸ ਦੂਰੀ ਪਲੱਸ 'ਚ ਆ ਤੇ ਪਾਵਰ ਹੀ ਫਿਰ ਕਿਹਦੇ 'ਚ ਆਵੇਗੀ? ਪਲੱਸ। ਇਹਦਾ ਮਤਲਬ ਉੱਤਰ ਲੈਂਸ ਜਾਂ ਕਨਵੈਕਸ ਲੈਂਸ ਜੋ ਹੈ ਉਸ ਦੀ ਪਾਵਰ ਕੀ ਹੁੰਦੀ ਹੈ? ਹਮੇਸ਼ਾ ਪਲੱਸ ਵਿੱਚ ਹੁੰਦੀ ਹੈ।
ਕਲੀਅਰ, ਮਤਲਬ ਵੈਲਿਊ ਕਰ ਜਾਵੇਗੀ ਪਲੱਸ ਵਿੱਚ। ਤੇ ਜਿਹੜਾ ਅਵਤਲ ਲੈਂਸ ਆ, ਹੁਣ ਆਪਾਂ ਇਹ ਤਾਂ ਗੱਲ ਹੋ ਗਈ ਕਨਵੈਕਸ ਲੈਂਸ ਦੀ। ਅਵਤਲ ਲੈਂਸ ਆਪਾਂ ਪੜਿਆ ਸੀ ਵੀ ਫੋਕਸ ਉਸ ਪਾਸੇ ਹੀ ਬਣਦੀ ਹੈ, ਠੀਕ ਹੈ। ਤੇ ਜਿਹੜਾ ਕਨਕੇਵ ਲੈਂਸ ਯਾਨੀ ਕਿ ਅਵਤਲ ਲੈਂਸ ਹੈ, ਉਹਦੀ ਪਾਵਰ ਹਮੇਸ਼ਾ ਕੀ ਹੁੰਦੀ ਹੈ, ਮਾਈਨਸ। ਇਹ ਵੀ ਤੁਹਾਨੂੰ ਪੇਪਰ 'ਚ ਨੁਮੈਰੀਕਲ ਆਉਂਦਾ ਹੈ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਉਹਦਾ ਜਦੋਂ ਆਪਾਂ ਆਂਸਰ ਲਿਖਾਂਗੇ ਪਲੱਸ ਆਉਣਾ ਕਿ ਮਾਈਨਸ ਆਉਣਾ। ਜੇ ਤੁਹਾਨੂੰ ਉੱਤਰ ਲੈਂਸ ਦੀ ਗੱਲ ਕੀਤੀ ਜਾਵੇ ਕਨਵੈਕਸ ਲੈਂਸ ਦੀ, ਉਹਦੀ ਫੋਕਸ ਦੂਰੀ ਪਲੱਸ 'ਚ ਤੇ ਪਾਵਰ ਵੀ ਪਲੱਸ। ਕਨਕੇਵ ਲੈਂਸ ਦੀ ਫੋਕਸ ਦੂਰੀ ਮਾਈਨਸ 'ਚ ਤੇ ਪਾਵਰ ਵੀ ਮਾਈਨਸ 'ਚ। ਮੰਨ ਲਓ ਸਪੋਜ਼ ਕਰ ਆਪਾਂ ਨੂੰ ਨੁਮੈਰੀਕਲ ਦਿੱਤਾ ਹੈ ਵੀ ਕੋਈ ਕਨਵੈਕਸ ਲੈਂਸ ਹੈ, ਉਸ ਦੀ ਪਾਵਰ ਲੱਭਣੀ ਹੈ, ਠੀਕ ਹੈ। ਤੇ ਉਸ ਦੀ ਜਿਹੜੀ ਫੋਕਲ ਲੈਂਥ ਆਪਾਂ ਨੂੰ ਸਪੋਜ਼ ਕਰੋ ਦਿੱਤੀ ਹੈ 5 ਮੀਟਰ। ਪਾਵਰ ਕਿੰਨੀ ਆਵੇਗੀ, ਪਾਵਰ ਆਏਗੀ 1/5, 1/5 ਕਿੰਨਾ ਆ ਗਿਆ 0.2, ਠੀਕ ਹੈ। ਕਿਉਂਕਿ ਹੁਣ ਇਹ ਕਨਵੈਕਸ ਲੈਂਸ ਹੈ, ਉਹਦੇ ਕਿ ਆਪਾਂ ਕੀ ਪਾਵਾਂਗੇ ਪਲੱਸ 0.2, ਤੇ ਨਾਲੇ ਯੂਨਿਟਸ ਨਹੀਂ ਭੁੱਲਣੇ, ਯੂਨਿਟਸ ਕੀ ਉਹਦੇ ਹਨ ਡਾਇਪਟਰ। ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਇਹ ਵੀ ਨਿਊਮੈਰੀਕਲ ਪੇਪਰ ਵਿੱਚ ਆ ਜਾਂਦਾ ਹੈ, ਚਾਹੇ 1 ਨੰਬਰ ਦਾ ਆਵੇ, ਪਰ ਹਰ ਇੱਕ ਨੰਬਰ ਜ਼ਰੂਰੀ ਹੈ। ਇਹ ਸੀ ਆਪਣੇ ਚੈਪਟਰ ਦੇ ਵਿੱਚ ਜਿਹੜਾ ਲਾਸਟ ਟੌਪਿਕ ਸੀ, ਪਾਵਰ ਆਫ ਦਾ ਲੈਂਸ। ਹੁਣ ਆਪਾਂ ਇਸ ਚੈਪਟਰ ਦੇ ਸਾਰੇ ਟੌਪਿਕਸ ਚੰਗੀ ਤਰ੍ਹਾਂ ਸਮਝ ਲਏ ਹਨ, ਠੀਕ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਟੌਪਿਕ ਜਿਹੜੇ ਆਰਾਮ ਨਾਲ ਸਮਝ ਆ ਗਏ ਹੋਣਗੇ। ਨੈਕਸਟ ਚੈਪਟਰ ਲੈਕਚਰ ਵਿੱਚ ਹੁਣ ਆਪਾਂ ਚੈਪਟਰ ਨੰਬਰ 11th ਜੋ ਹੈ ਉਹਨੂੰ ਸਟਾਰਟ ਕਰਾਂਗੇ। ਥੈਂਕ ਯੂ।